ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਿਤ ਕਲਿਆਣ ਪੰਥ ਲਖ ਸੋਊ, ਤਬ ਜਨਨੀ ਭਾਖਿਓ ਸ਼ੁਭ ਜੋਊ। ਹਿਤ ਕਲਿਆਣ ਪੰਥ ਲਖ ਸੋਊ, ਤਬ ਜਨਨੀ ਭਾਖਿਓ ਸ਼ੁਭ ਜੋਊ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੋਲ ਜੋ ਚੂਕ ਪਈ ਹਮ ਤੇ, ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਲਾਜ ਰਖੋ ਨਿਜ ਨਾਮੈ ਕੀ, ਸਿੱਖ ਮੈਂ ਤੁਮਰੋ ਜਗ ਮਾਇ ਕਹਾਵਤ। ਤੂੰ ਬਖਸ਼ੰਦ ਸਦਾ ਸੁਖਦਾਇਕ, ਮੋਹ ਮਨ ਨਾਏ ਬਿਖੈ ਛੁਟਕਾਵਤ। ਲੋਹ ਤੇ ਹੇਮ ਅਰੰਡ ਤੇ ਚੰਦਨ, ਮਾਨੁਖ ਤੇ ਸੁਰ ਤੋਈ ਬਨਾਵਤ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਤਰੋ ਭਗਤ ਦੀਆਂ ਦੀ ਮਤਰੇ ਮਾਂ ਨੇ ਇਹੋ ਜਿਹੀਆਂ ਮਿਹਣੇ ਵਾਲੀਆਂ ਗੱਲਾਂ ਇਹਨੂੰ ਕਹਿ ਦਿੱਤੀਆਂ ਸਨ। ਗੁੱਸੇ ਦੇ ਵਿੱਚ ਆ ਕਰਕੇ ਉਹਨੇ ਰਾਜੇ ਉਤਾਨ ਪਾ ਦੀ ਗੋਦ ਦੇ ਵਿੱਚੋਂ ਵੀ ਉਠਾ ਦਿੱਤਾ। ਕਹਿਣ ਲੱਗੀ, ਅਗਰ ਤੈਨੂੰ ਰਾਜੇ ਦੀ ਗੋਦ ਦੇ ਵਿੱਚ ਬੈਠਣ ਦਾ ਚਾਅ ਹੈ, ਸ਼ੌਂਕ ਹੈ, ਫਿਰ ਉਸ ਉਤਰੀ ਦੀ ਕੁੱਖ ਤੋਂ ਕਾਹਨੂੰ ਐਵੇਂ ਜਨਮ ਧਾਰਨ ਕਰਨਾ ਸੀ। ਉਸੇ ਵਕਤ ਇਸ ਦੀ ਜਿਹੜੀ ਮਤਰੇ ਮਾਂ ਨੇ 5 ਸਾਲ ਦੇ ਬੱਚੇ ਧਰੂੰ ਦੇ ਮੂੰਹ ਦੇ ਉੱਪਰ ਇਹੋ ਜਿਹੀਆਂ ਚਪੇੜਾਂ ਮਾਰੀਆਂ, ਦੋਵੇਂ ਪਾਸੇ ਵੱਡੇ ਵੱਡੇ ਨੀਲ ਪਾਤੇ। ਰੋਂਦਾ ਹੋਇਆ ਵਿਚਾਰਾ ਤੁਰੋਂ ਭਗਤ ਆਪਣੀ ਮਾਂ ਦੇ ਪਾਸ ਪਹੁੰਚਿਆ। ਦੇਖ ਕਰਕੇ ਹੈਰਾਨ ਹੋ ਗਈ ਵੀ ਅੱਜ ਪਹਿਲਾ ਦਿਨ ਹੈ ਜਦੋਂ ਮੈਂ ਆਪਣੇ ਪੁੱਤਰ ਦੇ ਨੇਤਰਾਂ 'ਚ ਵੱਡੇ ਵੱਡੇ ਹੰਝੂ ਭਰੇ ਹੋਏ ਹਨ। ਉੱਚੀ ਉੱਚੀ ਤੁਰੋ ਭਗਤ ਜੀ ਬੜਾ ਬਿਰਲਾ ਵੀ ਕਰ ਰਹੇ ਸਨ। ਪੁੱਛਿਆ, ਕੀ ਗੱਲ ਹੋ ਗਈ ਬੇਟਾ, ਤੋ ਵੱਡੇ ਵੱਡੇ ਇਹੋ ਜਿਹੇ ਹੌਂਕੇ ਲੈ ਰਹੇ हैं। ਤੁਰੋ ਭਗਤ ਨੇ ਆਪਣੀ ਮਾਤਾ ਨੂੰ ਸਾਰੀ ਗੱਲਬਾਤ ਦੱਸੀ ਵੀ ਅਸੀਂ ਅੱਗੇ ਵੀ ਪਹਿਲਾਂ ਬਹੁਤ ਸਾਰੇ ਬੱਚੇ ਇਕੱਠੇ ਹੋ ਕੇ
ਰਾਜੇ ਦੇ ਮਹਿਲਾਂ 'ਚ ਖੇਡਦਿਆਂ ਖੇਡਦਿਆਂ ਚਲੇ ਜਾਂਦੇ। ਪਰ ਅੱਜ ਉਹਨੇ ਜਦੋਂ ਉਹ ਇਕੱਲੇ ਇਕੱਲੇ ਬੱਚੇ ਦਾ ਨਾਂ ਔਰ ਉਹਨਾਂ ਦੇ ਮਾਂ ਪਿਓ ਬਾਰੇ ਜਾਣਨ ਦੇ ਲਈ ਪੁੱਛਣਾ ਸ਼ੁਰੂ ਕੀਤਾ, ਕਹਿਣ ਲੱਗਿਆ ਵੀ ਜਦੋਂ ਆ ਗਈ ਮੇਰੀ ਵਾਰੀ, ਮੈਂ ਵੀ ਆਪਣੀ ਮਾਤਾ ਬਾਰੇ ਜਦੋਂ ਦੱਸਿਆ, ਇਹ ਸੁਣਨ ਅਨੁਸਾਰ ਰਾਜੇ ਉਤਾਨ ਪਾਦ ਦੇ ਮਨ ਦੇ ਵਿੱਚ ਐਸਾ ਆਪਣਾ ਇੱਕ ਜਿਹੜਾ ਖੂਨ ਦਾ ਮੋਹ ਪੈਦਾ ਹੋਇਆ। ਉਹ ਸੇਵਾ ਤੇ ਇਹਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਿਆ ਸੀ। ਉਸ ਸਮੇਂ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰਈ ਕੀਤਾ। ਡੱਡੋ ਲੇਕਾ ਮਾਂ ਪੁੱਸੇ ਤੋ ਸਵਾਣੀਆ ਕੇ ਸਰੀਤਾ, ਸਵਾਣੀਆ ਜਨਮ ਦੀ ਨਾਮ ਨ ਭਗਤੀ ਕਰਮ ਦਰੜੀਤਾ। ਇਹਦੀ ਮਾਂ ਕਹਿ ਲੱਗੀ, ਪੁੱਤਰ ਦੇਖ, ਜੋ ਆਪਾਂ ਨੇ ਰਾਜ ਭਗਤੀ ਮਨ ਦੇ ਵਿੱਚ ਇੱਛਾ ਰੱਖ ਕੇ ਤਪੱਸਿਆ ਤਾਂ ਕੀਤੀ ਹੋਈ ਆ ਜ਼ਰੂਰ, ਪਰ ਉਹਦੇ ਵਿੱਚ ਮੈਨੂੰ ਉਹ ਲੱਗਦਾ ਵੀ ਜਿਵੇਂ ਭੰਗਣਾ ਪੈ ਗਈ ਕੋਈ ਨਾ ਕੋਈ। ਤੂੰ ਵੀ ਰਾਜ ਘਰਾਣੇ ਦੇ ਵਿੱਚ ਪੈਦਾ ਹੋਇਆ ਤੇ ਮੈਂ ਵੀ ਰਾਜ ਮਹਿਲਾਂ ਦੇ ਵਿੱਚ ਹੀ ਜਨਮ ਧਾਰਨ ਕੀਤਾ ਨਾ, ਪਰ ਰਾਜ ਘਰਾਣੇ ਦੇ ਵਿੱਚ ਪੈਦਾ ਹੋਣ ਦੇ ਬਾਵਜੂਦ ਦੋਵੇਂ ਹੀ ਆਪਣੇ ਰਾਜ ਭਾਗ ਤੋਂ ਸਖਣੇ ਬੈਠੇ ਆ। ਸੁਣ ਕਰਕੇ ਫਿਰ ਦ੍ਰੋਪਦ ਕਹਿਣ ਲੱਗਿਆ, ਮਾਤਾ ਵੀ ਉਹ ਦੱਸ, ਇਹ ਜਿਹੜਾ ਆਪਣਾ ਹੱਕ ਕਿਵੇਂ ਆਪਾਂ ਨੂੰ ਪ੍ਰਾਪਤ ਹੋ ਸਕਦਾ ਹੈ। ਉਸ ਵਕਤ ਇਹਦੀ ਮਾਤਾ ਨੇ ਇਹੋ ਜਿਹੇ ਬਚਨਾਂ ਦੁਆਰਾ ਆਪਣੇ ਪੁੱਤਰ ਦੇ ਮਨ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਦ੍ਰਿੜ ਯਕੀਨ ਭਰੋਸਾ ਪੈਦਾ ਕਰ ਦਿੱਤਾ ਵੀ ਜੇ ਤੂੰ ਕਿਤੇ ਤਕੜਾ ਹੋ ਕੇ ਪਰਮਾਤਮਾ ਦੀ ਕਰੇ ਨਾ ਭਗਤੀ, ਜੋ ਕੁਛ ਤੂੰ ਚਾਹੇਗਾ ਉਹੀ ਤੈਨੂੰ ਪ੍ਰਾਪਤ ਹੋ ਜਾਣਾ। ਉਸ ਵਕਤ ਦ੍ਰੋਪਦ ਜੀ ਰਾਤ ਨੂੰ ਹੀ ਇਕੱਲੇ ਮਧੂਬਨ ਦੇ ਵੱਲ ਚਾਲੇ ਪਾ ਦਿੱਤੇ। ਰਾਹ ਦੇ ਵਿੱਚ ਨਾਰਦ ਮੁਨੀ ਜੀ ਦੇ ਨਾਲ ਹੋਇਆ ਮਿਲਾਪ ਪੁੱਛਿਆ, ਪੁੱਤਰਿਓ ਜੀ 5 ਸਾਲ ਦੀ ਉਮਰ ਦੇ ਵਿੱਚ ਕਿੱਧਰ ਨੂੰ ਤੈਂ ਆਪਣੇ ਤਿਆਰੇ ਕੀਤੇ ਹਨ। ਦ੍ਰੋਪਦ ਜੀ ਕਹਿਣ ਲੱਗਿਆ, ਇਹ ਨਾਰਦ ਜੀ ਮੈਂ ਤਾਂ ਰੋਈਆਂ ਬਿਆਵਾਨ ਉਜ਼ਾੜਾਂ 'ਚ ਜਾ ਕਰਕੇ ਬੜੀ ਐਸੀ ਘੋਰ ਤਪੱਸਿਆ ਕਰਨੀ ਚਾਹੁੰਦਾ ਹਾਂ। ਸੁਣ ਕਰਕੇ ਨਾਰਦ ਮੁਨੀ ਜੀ ਹੈਰਾਨ ਹੋ ਗਏ ਵੀ 5 ਸਾਲ ਦਾ ਬੱਚਾ ਤੂੰ ਇਹੋ ਜਿਹਾ ਤਪ ਰੋਈਆਂ ਬਿਆਵਾਨਾਂ 'ਚ ਕਿਵੇਂ ਕਰ ਲਏਗਾ। ਕਿਸੇ ਜੰਗਲੀ ਜਾਨਵਰ ਨੇ ਤੇਰੀ ਇੱਕੋ ਹੀ ਗਰਾਈ ਕਰਨੀ ਹੈ। ਦੇਖ ਲੈ ਮਨ ਦੇ ਵਿੱਚ ਜਰਾ ਜਾਤੀ ਮਾਰ ਕਰਕੇ। ਪਰ ਜਦੋਂ ਦ੍ਰੋਪਦ ਨੇ ਆਪਣੇ ਅੰਦਰਲਾ ਜਿਹੜਾ ਦ੍ਰਿੜ ਵਿਸ਼ਵਾਸ ਨਾਰਦ ਮੁਨੀ ਜੀ ਦੇ ਸਾਹਮਣੇ ਪ੍ਰਗਟ ਕੀਤਾ ਵੀ ਕੁਝ ਵੀ ਹੋ ਜੇ, ਉਹ ਜਿਹੜੀਆਂ ਮਤਰੇ ਮਾਂ ਦੀਆਂ ਸੁਣੀਆਂ ਹੋਈਆਂ ਗੱਲਾਂ ਨਾ, ਉਹਦੇ ਨਾਲ ਤਾਂ ਮੇਰੀ ਛਾਤੀ ਹੁਣ ਵੀ ਉਸੇ ਤਰ੍ਹਾਂ ਹੀ ਸੁਲਗ ਰਹੀ ਹੈ। ਦੇ ਕਰਕੇ ਨਾਰਦ ਮੁਨੀ ਜੀ ਨੇ ਦੇ ਲਿਆ ਵੀ ਇਹਦੇ ਮਨ ਦੇ ਅੰਦਰ ਐਸਾ ਇੱਕ ਬੈਰਾਗ, ਬੜੀ ਉਦਾਸੀ ਪੈਦਾ ਹੋ ਗਈ ਹੈ। ਇਤਿਆਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ
ਕਥਾ ਦੇ ਤਾਈਂ ਗ੍ਰੰਥ ਕਰਤਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਿਤ ਕਲਿਆਣ ਪੰਥ ਲਖ ਸੋਊ। ਜਦੋਂ ਨਾਰਦ ਮੁਨੀ ਜੀ ਨੇ ਦੇ ਲਿਆ ਵੀ ਤਾਂ ਕਿਹੋ ਜਿਹਾ ਜਿਹੜਾ ਮੁਕਤੀ ਦਾ ਪਦ ਹੈ ਨਾ, ਜੋ ਕਲਿਆਣ ਦੀ ਪਦਵੀ, ਉਹਨੂੰ ਮਨ ਦੇ ਵਿੱਚ ਪ੍ਰਾਪਤ ਕਰਨੀ ਚਾਹੁੰਦਾ ਹੈ। ਤਵ ਜਨਨੀ ਭਾਖਿਓ ਸ਼ੁਭ ਜੋਊ। ਕਹਿ ਲੱਗੇ ਵੀ ਜੋ ਬਚਨ, ਜਿਹੜਾ ਉਪਦੇਸ਼ ਤੇਰੀ ਮਾਂ ਨੇ ਦੱਸਿਆ ਹੈ, ਰਾਜ ਭਾਗ ਪ੍ਰਾਪਤ ਕਰਨ ਦੇ ਲਈ ਉਹਨੇ ਆਪਣੀ ਜ਼ਬਾਨ ਤੋਂ ਬਿਲਕੁਲ ਜਥਾ ਜੋ ਬਚਨ ਕੀਤੇ ਹਨ। ਸ਼੍ਰੀ ਕਰਤਾਲ ਸਕਲ ਗੁਣ ਖਾਨੀ। ਜੋ ਨਿਰਗੁਣ ਵਾਹਿਗੁਰੂ ਪਰਮਾਤਮਾ ਤਾਂ ਸਾਰੇ ਸ਼ੋਭ ਗੁਣਾਂ ਦੀ ਖਾਨ ਹੈ। ਤਾਂ ਕੋ ਸੇਵੋ ਮਨ ਕਰਮ ਬਾਨੀ। ਜਦੋਂ ਤੈਂ ਮਨ ਕਰਕੇ ਬਾਣੀ ਕਰਕੇ ਕਰਮਾਂ ਦੁਆਰਾ ਉਸ ਭਗਵਾਨ ਦੀ ਨਾ ਸੇਵਾ ਦੇ ਵਿੱਚ ਸਦਾ ਦੇ ਲਈ ਜੁੜਨ ਲੱਗ ਜਾਣਾ ਹੈ, ਧਰਮ ਅਰਥ ਕਾਮੰ ਪੁਨ ਮੁਖਾ। ਫਿਰ ਤਾਂ ਜਿਹੜੇ ਦੁਨੀਆ ਦੇ ਵਿੱਚ ਤਕਰੀਬਨ 4 ਪਦਾਰਥ ਮੁੱਖ ਮੰਨੇ ਜਾਂਦੇ ਹਨ, ਧਰਮ ਹੈ, ਕਾਮ ਹੈ, ਮੋਕਸ਼ ਹੈ, ਇਹਨਾਂ ਵਿੱਚ ਹੀ ਦੁਨੀਆ ਭਰਦੇ ਤਮਾਮ ਪਦਾਰਥਾਂ ਦੀ ਕਹਿੰਦੇ ਗਿਣਤੀ ਆ ਜਾਂਦੀ ਹੈ। ਨਾਰਦ ਮੁਨੀ ਜੀ ਕਹਿਣ ਲੱਗੇ ਵੀ ਇਹ ਤੇਰੇ ਮਨ ਦੀ ਆਪਣੀ ਇੱਛਾ ਹੈ, ਭਗਤੀ ਕਰਦਿਆਂ ਕਰਦਿਆਂ ਤੂੰ ਚਾਰੇ ਜਿਹੜੇ ਪਦਾਰਥ ਵੀ ਪ੍ਰਾਪਤ ਕਰ ਲੈਣੇ ਹਨ। ਪਾਇਓ ਚਹਿ ਜਿਹ ਨਰ ਬਿਨ ਦੁਖਾ। ਵੀ ਜਿਹੜਾ ਵੀ ਕੋਈ ਪ੍ਰਾਣੀ ਮਨੁੱਖ ਬਿਨਾਂ ਦੁੱਖਾਂ ਤੋਂ ਇਹਨਾਂ 'ਚੋਂ ਕੋਈ ਵੀ ਪਦਾਰਥ ਪ੍ਰਾਪਤ ਕਰਨੇ ਚਾਹੁੰਦਾ ਹੈ, ਸੋ ਇੱਕ ਵਾਸੁਦੇਵ ਕੀ ਸ਼ਰਨਾ। ਉਹ ਕੀ ਹੈ? ਜਿਨ੍ਹਾਂ ਨੇ ਇੱਕੋ ਇੱਕ ਵਾਸੁਦੇਵ ਪਰਮਾਤਮਾ ਔਰ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰ ਲਈ ਨਾ, ਉਹ ਤਾਂ ਫਿਰ ਇਹਨਾਂ ਜੋ ਵੀ ਚਾਹੇ ਉਹੀ ਪਦਾਰਥ ਪ੍ਰਾਪਤ ਕਰ ਸਕਦੇ ਨੇ ਨਾ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਬਚਨ ਕੀਤੇ ਹੋਏ ਹਨ, ਮਨ ਰਹਿ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾਕੋ ਜਸੁਰ ਤਾਰੋ ਅਟਲ ਭਇਓ, ਪ੍ਰੋ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਦੁਖਾਰਤਾਏ ਵਿਦ ਕੋ ਸੁਆਮੀ ਤੈ ਕਾਏ ਵਿਸਰਾਇਆ, ਜਾਬੀ ਸ਼ਰਨ ਗਈ ਕਿਰਪਾ ਨਿਧ, ਗੱਜ ਗਰਾ ਤੇ ਛੂਟਾ, ਮਹਿਮਾ ਨਾਮ ਕਾਲੋ ਬਰਨੋ, ਰਾਮ ਕਹਿਤ ਬੰਧਨ ਤੈ ਟੂਟਾ, ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾਮਨ, ਤੈ ਭੀ ਉਤਰਸ ਪਾਰਾ। ਵੀ ਜਿਸ ਭਗਵਾਨ ਦਾ ਸਿਮਰਨ ਕਰਦਿਆਂ ਕਰਦਿਆਂ ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਏ ਨੇ ਸਤਾਰਾ, ਉਹਦੀ ਕਲਿਆਣ ਇੱਕ ਛਿੰਦੇ ਵਿੱਚ ਹੀ ਪਰਮਾਤਮਾ ਨੇ ਕੀਤੀ ਨਾ। ਜਦੋਂ ਅਜਾਮਲ ਦੇ ਮਨ ਦੇ ਅੰਦਰ ਅਖੀਰ ਦੇ ਟਾਈਮ ਤੇ ਪ੍ਰਭੂ ਦੀ ਯਾਦ ਪੈਦਾ ਹੋ ਗਈ ਸੀ, ਨਾਰਦ ਮੁਨੀ ਜੀ ਕਹਿਣ ਲੱਗਿਆ ਧਰੁਵ ਭਗਤ, ਇਹ ਪ੍ਰੇਮਾ ਭਗਤੀ ਦੇ ਵਿੱਚ ਬੜੀਆਂ ਤਾਕਤਾਂ ਬੜੀਆਂ ਸ਼ਕਤੀਆਂ ਭਰੀਆਂ ਹੋਈਆਂ ਹਨ। ਸਾਂਝੀ ਮਹਾਰਾਜ ਵੀ ਇਹ ਬਚਨ ਆਮ ਤੌਰ ਤੇ ਦੀਵਾਨਾਂ ਦੇ ਵਿੱਚ ਸੁਣਾਇਆ ਕਰਦੇ ਸੀ ਵੀ ਅਗਰ ਕਿਤੇ ਜਗਿਆਸੂ ਤਕੜਾ ਹੋ ਕੇ ਬੜੇ ਹੱਟ ਦੇ ਨਾਲ ਕੋਈ ਵੀ ਭਗਤੀ ਕਰ ਲੈਣਾ, ਉਹ ਜੋ ਵੀ ਚਾਹੇ ਉਹ ਹੀ ਉਹਨੂੰ
ਪ੍ਰਾਪਤ ਹੋ ਸਕਦਾ ਹੈ, ਪਰ ਲੋੜ ਹੈ ਤਕੜੇ ਹੋ ਕੇ ਪਰਮਾਤਮਾ ਦੀ ਪ੍ਰੇਮਾ ਭਗਤ ਕਰਨ ਦੀ। ਇਹੋ ਜਿਹੇ ਵਚਨ ਨਾਰਦ ਮੁਨੀ ਜੀ ਨੇ ਉਸ ਸਮੇਂ ਦੱਸੇ। ਦ੍ਰੋਪਦ ਜੀ ਨੂੰ ਕਹਿਣ ਲੱਗੇ ਵੀ ਠੀਕ ਹੈ, ਜੋ ਤੇਰੀ ਮਾਂ ਨੇ ਕੀਤੇ ਨੇ ਵਚਨ ਉਹ ਬਿਲਕੁਲ 16 ਨੇ 100% ਸੱਚੇ ਹਨ। ਅਪਰ ਉਪਾਵ ਨ ਕੋਊ ਬਰਨਾ। ਹੁਣ ਇਹਨਾਂ ਕਰਮਾਂ ਨੂੰ ਨਾਸ ਕਰਨ ਦੇ ਲਈ ਹੋਰ ਤਾਂ ਕੋਈ ਦੁਨੀਆ ਦੇ ਵਿੱਚ ਉਪਾਅ ਯਤਨ ਨਹੀਂ ਨਾ ਹੋ ਸਕਦਾ। ਇਹ ਨਾਮ ਦੇ ਨਾਲ ਹੀ ਆ ਜਿਹੜੇ ਵੱਡੇ ਵੱਡੇ ਕੀਤੇ ਹੋਏ ਕਰਮ, ਇਹਨਾਂ ਦੇ ਵਿੱਚ ਵੀ ਬੜੀ ਜਿਹੜੀ ਤਬਦੀਲੀ ਆ ਜਾਂਦੀ ਹੈ। ਅਬ ਮਧੁਬਨ ਜਮਨਾ ਤਟ ਜਾਈ। ਨਾਰਦ ਮੁਨੀ ਜੀ ਕਹਿ ਲਗੇ, ਚੰਗਾ ਬੇਟਾ, ਇਹ ਬ੍ਰਿਜ ਦੇ ਇਲਾਕੇ ਦਾ ਇੱਕ ਹਿੱਸਾ ਹੈ ਮਧੂਬਨ। ਅਗਰ ਤੂੰ ਮਧੂਬਨ ਦੇ ਵਿੱਚ ਜਾ ਕੇ ਪਰਮਾਤਮਾ ਦੀ ਭਗਤੀ ਕਰਨ ਲੱਗ ਜਾਏਗਾ। ਜਥਾ ਜੋਗ ਆਸਨ ਕੋ ਲਾਈ। ਨਾਰਦ ਮੁਨੀ ਜੀ ਨੇ ਵੀ ਬੜੀਆਂ ਇਹੋ ਜਿਹੀਆਂ ਉਗਤੀਆਂ ਜੋਤੀਆਂ ਆਪਣੇ ਵੱਲੋਂ ਦ੍ਰੋਪਦ ਨੂੰ ਜਿਹੜੀ ਤਪੱਸਿਆ ਹੈ ਭਗਤੀ ਕਰਨ ਦੀਆਂ ਸਮਝਾ ਦਿੱਤੀਆਂ ਸਨ। ਭਲ ਬਿਦ ਸਦ ਹੋ ਪ੍ਰਾਣੰ ਯਾਮਾ। ਵੀ ਜਦੋਂ ਤੈ ਬੜੀ ਮਿਹਨਤ ਦੁਆਰਾ ਨਾ, ਜਿਹਨੂੰ ਕਹਿੰਦੇ ਨੇ ਪ੍ਰਾਣਾ ਜਾਮ ਹਠ ਜੋਗ, ਜਦੋਂ ਇਹਦੀ ਤੈ ਚੰਗੀ ਤਰ੍ਹਾਂ ਐਨ ਪੂਰੀ ਸਾਧਨਾ ਕਰ ਲੈਣੀ ਆ, ਵੀ ਜਿਵੇਂ ਜੋਗੀ ਆ ਜਿਹੜੀ ਆਪਣੀ ਨੱਕ ਦੀ ਖੱਬੀ ਨਾਸ ਇਹਦੇ ਦੁਆਰਾ ਹੌਲੀ ਹੌਲੀ 12 ਵਾਰ ਓੰਕਾਰ ਦਾ ਜਾਪ ਕਰਦਿਆਂ ਸਵਾਸਾਂ ਨੂੰ ਉੱਪਰ ਚੜਾਉਂਦੇ ਹਨ। ਫਿਰ ਉਤਨਾ ਟਾਈਮ ਅੰਦਰ ਰੋਕਣ ਦਾ ਯਤਨ ਕਰਦੇ ਨੇ। ਫਿਰ ਸੱਜੇ ਪਾਸੇ ਦੀ ਜਿਹੜੀ ਆਪਣੀ ਨੱਕ ਦੀ ਨਾਸ ਉਹਦੇ ਦੁਆਰਾ ਥੱਲੇ ਉਤਾਰਦੇ ਹਨ। ਇਸ ਦੇ ਜਿਹੜੇ ਵੱਡੇ ਵੱਡੇ 8 ਅੰਗ ਮੰਨੇ ਜਾਂਦੇ ਹਨ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ, ਪੰਚ ਜਨਾਸ ਸੰਗ ਨ ਛੁਟਕਿਓ, ਅਦਕ ਅੰਗ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਨੇਕਾ, ਹਾਰ ਭਰਿਓ ਸੁਆਮੀ ਕੈ ਦੁਆਰਾ, ਦੀਜੈ ਬੁੱਧ ਬਵੇਕਾ। ਇਹ ਜਿਹੜੇ ਸਾਧਨ ਪੁਰਾਣਾ ਜਾਂ ਵਰਗੇ ਸਤਿਯੁਗ ਦੇ ਵਿੱਚ ਜਿਹੜੇ ਜਗਿਆਸੂ ਕਰਿਆ ਕਰਦੇ ਸਨ, ਜੋਗ ਜਗ ਤੇ ਨਿਰਭਲ ਮਾਨੋ, ਜੋ ਪ੍ਰਭ ਕੋ ਜਸ ਵਿਸਰਾਵੈ। ਕਲਯੁਗ ਦੇ ਵਿੱਚ ਸਾਰਿਆਂ ਨਾਲੋਂ ਸੌਖਾ ਸਾਧਨ ਗੁਰੂ ਬਾਬਾ ਜੀ ਨੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਨਾਮ ਹੀ ਸੱਤਾਂ ਦੀਪਾਂ 9 ਖੰਡਾਂ ਦੇ ਵਿੱਚ ਮਹਾਰਾਜ ਨੇ ਨਾਮ ਦਾ ਹੀ ਪ੍ਰਚਾਰ ਕੀਤਾ ਨਾ। 4 ਉਦਾਸੀਆਂ ਦੇ ਟਾਈਮ ਤੇ ਸਤਿਯੁਗ ਸਤ, ਤੇਤਾ ਜਗੀ, ਦੁਆਪਰ ਪੂਜਾ 4, ਤਿੰਨੋਂ ਜੁਗ ਤਿੰਨੋਂ ਦੜੇ, ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਜੀਵਾਂ ਦਾ ਉਧਾਰ ਕਰਤਾ ਕੌਣ ਹੈ? ਪਰਮਾਤਮਾ ਦਾ ਨਾਮ। ਪਰ ਉਸ ਸਮੇਂ ਨਾਰਦ ਮੁਨੀ ਜੀ ਨੇ ਇਹੋ ਜਿਹੇ ਬੜੇ ਬਚਨ ਧਰੁਵ ਭਗਤ ਦੇ ਨਾਲ ਆਪਣੇ ਵੱਲੋਂ ਕੀਤੇ ਸੀ। ਹੋਵਹਿ ਹਿਰਦਾ ਬਿਮਲ ਅਬਿਰਾਮਾ। ਵੀ ਜਦੋਂ ਸਾਧਨਾ ਕਰਦਿਆਂ ਆ ਤੇਰਾ ਜਿਹੜਾ ਹਿਰਦਾ ਬਿਲਕੁਲ ਨਿਰਮਲ ਸ਼ੁੱਧ ਔਰ ਪਵਿੱਤਰ ਹੋ ਜਾਣਾ। ਤਰਹੁ ਧਿਆਨ ਤਬ ਸ੍ਰੀ ਹਰਿ ਪੂਰੰ। ਜੋ ਹੈ ਪੂਰਾ ਪਰਮਾਤਮਾ ਜਰੇ ਜਰੇ ਦੇ ਵਿੱਚ ਵਿਆਪਕ, ਜਦੋਂ ਉਹਦਾ ਧਿਆਨ ਇਹ ਤੇਰੇ ਮਨ ਦੇ ਅੰਦਰ ਰਹਿਣ, ਚੰਗੀ ਤਰ੍ਹਾਂ ਪਰਪੱਕ ਹੋ ਜੂ, ਜਿਵੇਂ
ਭਾਈ ਗੋਂਦਾ ਜੀ ਨੇ ਵੀ ਦੇਖ ਲਓ ਧਿਆਨ ਦੇ ਵਿੱਚ ਹੀ ਇਹੋ ਜਿਹਾ ਜੱਫਾ ਸਤਿਗੁਰੂ ਰਾਏ ਸਾਹਿਬ ਜੀ ਮਹਾਰਾਜ ਦੇ ਚਰਨਾਂ ਨੂੰ ਮਾਰਿਆ ਸੀ ਨਾ। ਮਹਾਰਾਜ ਬਹੁਤ ਸਦਾ ਧਿਆਨ ਬਸ ਹੋ ਕੇ ਸਿੰਘਾਸਨ ਦੇ ਉੱਪਰ ਹੀ ਬੈਠਿਆ ਹੋਇਆ ਕਿਤਨਾ ਟਾਈਮ ਬਤੀਤ ਕਰਤਾ। ਇਸੇ ਤਰ੍ਹਾਂ ਨਾਰਦ ਮੁਨੀ ਕਹਿ ਲਗੇ ਵੀ ਜਦੋਂ ਪਰਮਾਤਮਾ ਦਾ ਧਿਆਨ ਤੇਰੇ ਹਿਰਦੇ ਅੰਦਰ ਬਿਲਕੁਲ ਪਰਪੱਕ ਹੋ ਜਾਣਾ, ਸ਼ਾਮ ਸਰੂਪ ਅਨੂਪਮ ਰੂਰੰ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋ ਇਹੋ ਜਿਹਾ ਸਿਆਮਲ ਸਰੂਪ ਜਿਸ ਪਰਮਾਤਮਾ ਭਗਵਾਨ ਨੇ ਆਪਣਾ ਸਰਗੁਣ ਰੂਪ ਦੇ ਵਿੱਚ ਧਾਰਨ ਕੀਤਾ ਹੋਇਆ। ਸਮ ਮਯੰਕ ਮੁਖ ਮੰਡਲ ਸੋਹਨ, ਜੈਸਾ ਪ੍ਰਭੂ ਦਾ ਕਹਿੰਦੇ ਮੁਖ ਮੰਡਲ ਕੀ ਹੈ ਚਿਹਰਾ, ਉਹ ਵੀ ਚੰਦਰਮਾ ਦੀਆਂ ਜਿਵੇਂ ਕਰਨਾ ਪੂਰਨਮਾਸ਼ੀ ਦੇ ਵਾਲੇ ਦਿਨ ਕਿਵੇਂ ਘੜੀਆਂ ਆਉਂਦੀਆਂ ਨੇ ਨਾ, ਜੋ ਪਰਮਾਤਮਾ ਦਾ ਇਹੋ ਜਿਹਾ ਨੂਰਾਨੀ ਚਿਹਰਾ ਚੰਦਰਮਾ ਦੀ ਰੋਸ਼ਨੀ ਦੇ ਸਮਾਨ ਸਦਾ ਦੇ ਲਈ ਖੜਿਆ ਰਹਿੰਦਾ ਹੈ। ਚਾਰ ਚਖਨ ਚਿਤਵਨ ਮਨ ਮੋਹਨ, ਨਿਰਗੁਣ ਵਿਸ਼ਨੂੰ ਭਗਵਾਨ ਦੀ ਤਾਂ ਚਿਤਵਨੀ ਹੀ ਔਰ ਇੱਕ ਦੇ ਮਨ ਦੇ ਵਿੱਚ ਬੜੀ ਖਿੱਚ ਪੈਦਾ ਕਰਨ ਵਾਲੀ ਹੈ। ਮੰਦ ਮੰਦ ਮੁਸ਼ਕਿਆਨ ਕਪੋਲਾ, ਜਿਹੜੇ ਆਪਣੇ ਕੰਠ ਸਿਲਾ ਤੋਂ ਹਰ ਵਕਤ ਹੌਲੀ ਹੌਲੀ ਮੁਸਕਰਾਉਂਦੇ ਹੀ ਰਹਿੰਦੇ ਹਨ। ਅਧਰ ਅਰੁਣ ਛਬ ਬਨੀ ਅਮੋਲਾ, ਅਧਰ ਅਰੁਣ ਛਬ ਬਨੀ ਅਮੋਲਾ, ਜਿਸ ਵਾਹਿਗੁਰੂ ਦੇ ਜਿਹੜੇ ਹੋਂਠ ਇਹ ਵੀ ਲਾਲ ਰੰਗ ਦੇ ਨਾ ਬੜੇ ਸੋਹਣੇ ਬਣੇ ਹੋਏ ਹਨ। ਚਾਰ ਭੁਜਾ ਯੁਤ ਭੂਖਨ ਚਾਰੂ, ਜੈਸ ਵਿਸ਼ਨੂੰ ਭਗਵਾਨ ਨੇ ਚਾਰ ਭੁਜਾਂ ਦੇ ਵਿੱਚ ਆਪਣੀਆਂ ਚਾਰ ਨਿਸ਼ਾਨੀਆਂ ਸਦਾ ਦੇ ਲਈ ਧਾਰਨ ਕੀਤੀਆਂ ਹੋਈਆਂ ਨੇ। ਗਦਾ ਚੱਕਰ ਦਰ ਅੰਬੁਜ ਧਾਰੂ, ਇਸੇ ਤਰ੍ਹਾਂ ਸ਼ੰਖ ਹੈ, ਗਦਾ ਹੈ, ਸਾ ਚੱਕਰ ਹੈ ਔਰ ਪਦਮ ਹੈ। ਇਹ ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ, ਚਾਰ ਭੁਜਾਂ ਦੇ ਵਿੱਚ ਵਿਸ਼ਨੂੰ ਭਗਵਾਨ ਨੇ ਚਾਰ ਜਿਹੜੇ ਤਿੰਨ ਸਦਾ ਵਾਸਤੇ ਧਾਰਨ ਕੀਤੇ ਹੋਏ ਹਨ। ਸ਼ਰੁਤ ਕੁੰਡਲ ਤਨ ਪੀਤ ਦੋ ਕੂਲਾ, ਸਰੀਰ ਦੇ ਉੱਪਰ ਪੀਲੇ ਰੰਗ ਦਾ ਵਸਤਰ ਧਾਰਨ ਕੀਤਾ ਹੋਇਆ ਹੈ। ਕੰਨਾਂ ਦੇ ਵਿੱਚ ਵਿਸ਼ਨੂੰ ਭਗਵਾਨ ਜੀ ਨੇ ਜੋਗੀਆਂ ਦੇ ਸਮਾਨ ਵੱਡੇ ਵੱਡੇ ਕੁੰਡਲ ਪਾਏ ਹੋਏ ਹਨ। ਕਟ ਤਟ ਕਿੰਕਨ ਛਬ ਛਬ ਮੂਲਾ, ਇਸੇ ਤਰ੍ਹਾਂ ਜੋ ਸਾਰੀ ਸੁੰਦਰਤਾਈ ਦੀ ਇੱਕ ਮੁੱਢ ਰੂਪ ਕੀ ਹੈ ਵੀ ਛੋਟੀ ਜਿਹੀ ਜਿਹੜੀ ਤੜਾਗੀ ਜਿਵੇਂ ਬੱਚਿਆਂ ਦੇ ਲੱਕ ਦੇ ਨਾਲ ਮਾਤਾਵਾਂ ਆਮ ਤੌਰ 'ਤੇ ਬੰਨ੍ਹ ਦਿੰਦੀਆਂ ਨੇ ਨਾ, ਇਹੋ ਜਿਹੀ ਛੋਟੀ ਜਿਹੀ ਤੜਾਗੀ ਬਹੁਤ ਸੋਹਣੀ ਵਿਸ਼ਨੂੰ ਭਗਵਾਨ ਨੇ ਆਪਣੇ ਲੱਕ ਦੇ ਆਲੇ ਦੁਆਲੇ ਬੰਨੀ ਹੋਈ ਹੈ। ਪੱਗ ਮਹਿ ਨੂਪਰ ਬਜਤ ਸੁਹਾਵਨ, ਜੋ ਔਰ ਚਰਨਾਂ ਦੇ ਵਿੱਚ ਜਿਹੜੇ ਪਾਏ ਹੋਏ ਪੌਟੇ ਉਹਨਾਂ ਦੇ ਵੱਜਣ ਦੀ ਆਵਾਜ਼ ਬੜੀ ਦੂਰ ਤੱਕ ਸੁਣਾਈ ਦਿੰਦੀ ਹੈ ਰੱਬ ਦੇ ਪਿਆਰਿਆਂ ਨੂੰ। ਕੰਠ ਬਿਖੈ ਮਨ ਸੁਠ ਮਨ ਭਾਵਨ, ਇਸੇ ਤਰ੍ਹਾਂ ਵਿਸ਼ਨੂੰ ਭਗਵਾਨ ਜੀ ਆਪਣੇ ਗਲ ਦੇ ਵਿੱਚ ਜਿਹੜੀ ਹੈ ਬਨਮਾਲਾ ਉਹਨੂੰ ਵੀ ਸਦਾ ਵਾਸਤੇ ਧਾਰਨ ਕਰਕੇ ਰੱਖਦੇ ਹਨ। ਕਰ ਬਹੁ ਯਤਨ ਧਰੋ ਅਸ ਧਿਆਨਾ, ਨਾਰਦ ਮੁਨੀ ਜੀ ਨੇ ਸਮਝਾਇਆ ਬੇਟਾ ਬਹੁਤ ਜ਼ਿਆਦਾ ਯਤਨਾਂ ਦੁਆਰਾ ਇਹ ਜਿਹੜਾ ਵਿਸ਼ਨੂੰ ਭਗਵਾਨ ਦੇ ਸਿਆਮਲ ਸਰੂਪ ਦਾ ਧਿਆਨ ਤੈਨੂੰ ਆਪਣੇ ਮਨ ਦੇ ਅੰਦਰ ਧਾਰਨ ਕਰਨਾ ਪਏਗਾ। ਮਨ ਕੋ ਰੋਕੋ ਹਵੈ ਸਵਧਾਨਾ, ਜਦੋਂ ਤੂੰ ਇਸ ਚੰਚਲ ਮਨ ਦੇ ਉੱਪਰ ਬੜੀ ਨਾ ਸਾਵਧਾਨੀ ਵਰਤਦਿਆਂ ਹੋਇਆਂ ਰੋਕਣ ਲੱਗ ਜਾਏਗਾ, ਜਿਵੇਂ ਜਿਵੇਂ ਰੁਕੂਗਾ ਇਹ ਚੰਚਲ ਮਨ ਇਹਦਾ ਜਿਹੜਾ ਸੁਭਾਅ ਤਾਂ
ਅਨਾਦਿ ਕਾਲ ਤੋਂ ਹੀ ਪੱਕਿਆ ਹੋਇਆ ਹੈ। ਕਬਹੁ ਨਾ ਮਨ ਧਿਰਤਾ ਗਈ, ਸਮਝਾਇਓ ਸਹਿ ਪੋਤ। ਜੈਸੇ ਮਰਕਟ ਬ੍ਰਿਸ਼ ਪਰ, ਕਬਹੁ ਨਾ ਠੰਡੋ ਹੋਤ। ਪੰਡਤ ਅਨਾਜ ਜੀ ਨੇ ਇੱਕ ਮੋਟੀ ਜੀ ਮਿਸਾਲ ਆਪਣੇ ਵੱਲੋਂ ਦਿੱਤੀ ਹੈ ਸਮਝਾਉਣ ਵਾਸਤੇ। ਕਬਹੁ ਨਾ ਮਨ ਧਿਰਤਾ ਗਈ, ਕਹਿੰਦੇ ਮਨ ਕਦੇ ਵੀ ਦਿਨ ਰਾਤ ਟਿਕ ਕਰਕੇ ਨਹੀਂ ਬਹਿੰਦਾ। ਸਮਝਾਇਓ ਸਹਿ ਪੋਤ, ਮੈਂ ਤਾਂ ਇਹਨੂੰ ਸੈਂਕੜੇ ਉਪਾਅ ਯਤਨ ਦੁਆਰਾ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ। ਅੱਗੇ ਉਦਾਹਰਣ ਦਿੱਤੀ ਹੈ ਪੰਡਤ ਅਨਾਜ ਜੀ ਨੇ ਆਪਣੇ ਵੱਲੋਂ। ਜੈਸੇ ਮਰਕਟ ਬ੍ਰਿਸ਼ ਪਰ, ਹੁਣ ਬਾਂਦਰ ਦਾ ਸੁਭਾਅ ਆਪਾਂ ਜਾਣਦੇ ਹਾਂ, ਕੋਈ ਵੀ ਨਹੀਂ ਭੁੱਲਿਆ ਹੋਇਆ। ਜਿਵੇਂ ਉਹਦੀ ਆਦਤ ਪੱਕੀ ਹੋਈ ਆ ਕੁਦਰਤੀ ਤੌਰ 'ਤੇ ਪਰਮਾਤਮਾ ਵੱਲੋਂ, ਉਹ ਕਦੇ ਵੀ ਇੱਕ ਦਰਾ 'ਤੇ ਟਿਕਿਆ ਨਹੀਂ ਬੈਠੇਗਾ। ਜੈਸੇ ਮਰਕਟ ਬ੍ਰਿਸ਼ ਪਰ, ਕਬਹੁ ਨਾ ਠੰਡੋ, ਟਿਕਦਾ ਨਹੀਂ ਕਦੇ ਵੀ। ਉਹ ਛਾਲ ਮਾਰੀ ਆਦਰਾ 'ਤੇ, ਟਪੂਸੀ ਮਾਰੀ ਦੂਜੇ ਬ੍ਰਿਸ਼ ਦੇ ਟਾਹਣੇ ਦੇ ਉੱਪਰ ਚੜ੍ਹ ਜੂ। ਦੇਖਦਿਆਂ ਹੀ ਨਾਰਦ ਮੁਨੀ ਜੀ ਕਹਿ ਲੱਗਿਆ, ਪੁੱਤਰ ਅਗਰ ਤੂੰ ਉਪਾਅ ਯਤਨ ਕਰਦਿਆਂ ਜਦੋਂ ਤੇ ਆਪਣੇ ਮਨ ਦੇ ਉੱਪਰ ਨਾ ਸਾਵਧਾਨੀ ਵਰਤਣੀ ਸ਼ੁਰੂ ਕਰ ਦੇਂਗਾ। ਗੋਪ ਮੰਤਰ ਤੁਝ ਦਿਉ ਬਤਾਈ। ਗੋਪ ਮੰਤਰ ਜਿਹੜਾ ਸੀ ਖੋੜਸ ਅੱਖਰਾਂ ਦਾ ਮੰਤਰ ਸਤਿਯੁਗ ਦੇ ਵਿੱਚ ਜਪਣ ਵਾਲਾ, ਉਹ ਜਿਹੜਾ ਮੰਤਰ ਨਾਰਦ ਮੋਨੋਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ। ਨਾਰਦ ਮੁਨੀ ਜੀ ਨੇ ਐਸਾ ਜਿਹੜਾ ਉਪਦੇਸ਼ ਆਪਣੇ ਵੱਲੋਂ ਧਰੂ ਭਗਤ ਜੀ ਨੂੰ ਬਖਸ਼ ਦਿੱਤਾ ਹੈ। ਸਪਤ ਦਿਵਸ ਜੋ ਪੜੈ ਬਨਾਈ। ਕਹਿ ਲੱਗਿਆ ਵੀ ਜਿਹੜਾ ਨਾ ਉੱਤਮ ਜਿਗਿਆਸੂ ਇਸ ਖੋੜਸ ਅੱਖਰ ਦੇ ਮੰਤਰ ਨੂੰ ਕੋਈ 7 ਦਿਨ ਬੜੇ ਹੱਠ ਦੇ ਨਾਲ ਜਪ ਲੈਂਦਾ ਹੈ, ਸਭ ਖੇਚਰ ਦਰਸੈ ਤਤਕਾਲਾ। ਉਹਨੂੰ ਫਿਰ ਜਿਹੜੀਆਂ ਆਕਾਸ਼ ਦੇ ਵਿੱਚ ਰਹਿਣ ਵਾਲੀਆਂ ਰੂਹਾਂ, ਦੇਵਤਾ ਕਹਿ ਲਓ, ਖੇਚਰ, ਉਸ ਅੰਬਰ ਦੇ ਵਿੱਚ ਵਿਚਰਨ ਵਾਲੇ ਦੇਵੀ ਦੇਵਤਿਆਂ ਦੇ ਵੀ ਦਰਸ਼ਨ ਪ੍ਰਾਪਤ ਹੋਣ ਲੱਗ ਜਾਣ। ਜਿਹੜਾ ਇਹਦਾ 7 ਦਿਨ ਬੈਠ ਕਰਕੇ ਜਾਪ ਕਰਦਾ ਹੈ, ਭਾਵ ਹੈ ਅਬ ਮਤ ਸੂਖ ਵਿਸਾਲਾ। ਸਾਧਨਾ ਕਰਦਿਆਂ ਤਾਂ ਜੋ ਚਾਹੇ ਉਹੀ ਉਹਨੂੰ ਪ੍ਰਾਪਤ ਹੋ ਜਾਏਗਾ। ਓਨਮ ਵਾਸਦੇਵ ਭਗਵਤ ਕੋ। ਜੋ ਓਨਮ ਭਗਤ ਵਾਸਦੇਵ ਹੈ, ਇਹ ਹੈ ਜਿਹੜਾ ਇਹਨੂੰ ਕਹਿੰਦੇ ਨੇ ਖੋੜਸ ਅੱਖਰ ਮੰਤਰ। ਇਹਦਾ ਉਪਦੇਸ਼ ਉਸ ਸਮੇਂ ਨਾਰਦ ਮੁਨੀ ਜੀ ਨੇ ਧਰੂ ਭਗਤ ਜੀ ਨੂੰ ਆਪਣੇ ਵੱਲੋਂ ਬਖਸ਼ ਦਿੱਤਾ ਹੈ। ਜਪੈ ਕਰਨ ਮਨ ਕੋ ਕਰ ਥਿਤ ਕੋ। ਮਨ ਥਿਤ ਕੋ ਭਾਵ ਕੀ ਹੈ ਵੀ ਜਿਨ੍ਹਾਂ ਦਾ ਮਨ ਕਮਾਈ ਕਰਦਿਆਂ ਹੌਲੀ ਹੌਲੀ ਇਕਾਗਰ ਆਉਣ ਲੱਗ ਪਿਆ, ਉਹਨੇ ਫਿਰ ਆ ਜਿਹੜੇ ਨੇ ਇਸ ਸਰੀਰ ਦੇ ਵਿੱਚ ਵਾਹਿਗੁਰੂ ਦੇ ਲਗਾਏ ਹੋਏ 5 ਗਿਆਨ ਇੰਦਰੇ, ਉਹਨਾਂ ਦੇ ਉੱਪਰ ਵੀ ਕੰਟਰੋਲ ਕਰ ਲੈਂਦਾ ਹੈ। ਅੱਖਾਂ ਨੇ, ਨੱਕ ਹੈ, ਕੰਨ ਹੈ। ਜਦੋਂ ਮਨ ਇਕਾਗਰ ਆਉਣ ਲੱਗ ਪਿਆ, ਉਤਨਾ ਫਿਰ ਆਨੰਦ ਵੀ ਉਹਨਾਂ ਜਗਿਆਸੂਆਂ ਨੂੰ ਕਮਾਈ ਕਰਦਿਆਂ ਪ੍ਰਾਪਤ ਹੋਣ ਲੱਗ ਜਾਣਾ। ਫਿਰ ਜਦੋਂ ਮਨ ਇਕਾਗਰ ਹੋ ਗਿਆ, ਉਹਦੀ ਫਿਰ ਜਿਹੜੀ ਆ ਸੰਸਾਰ ਦੇ ਨਾਲ ਜੁੜੀ ਹੋਈ ਬਿਰਤੀ ਪਰਮਾਤਮਾ ਦੇ ਨਾਮ ਦੇ ਨਾਲ ਹੀ ਜੋੜਨ ਲੱਗ ਜਾਣੀ ਹੈ। ਬਿਰਤੀ ਜੁੜ ਗਈ। ਆ ਜਿਹੜੇ 5 ਗਿਆਨ ਇੰਦਰੇ, ਇਹਨਾਂ ਨੇ ਆਪਣੇ ਆਪ ਹੀ ਉਹਨਾਂ ਦੇ ਵਾਦੇ ਵਿੱਚ ਹੋ ਜਾਣਾ। ਪੂਜਾ ਕਰਹਿ ਸਰਬ ਪ੍ਰਕਾਰੀ। ਜਿਹੜੇ ਉੱਤਮ
ਬੁੱਧੀ ਨੂੰ ਧਾਰਨ ਕਰਨ ਵਾਲੇ ਵਿਸ਼ਨੂੰ ਭਗਵਾਨ ਦੀ ਪੂਜਾ ਮੰਨੀ ਹੈ 16 ਪ੍ਰਕਾਰ ਦੀ। ਜਿਨ੍ਹਾਂ ਨੇ 16 ਪ੍ਰਕਾਰ ਦੀ ਨਾ ਇਹ ਪੂਜਾ ਵਿਸ਼ਨੂੰ ਭਗਵਾਨ ਦੀ ਕਰ ਲਈ ਹੈ। ਚੰਦਨ ਪੁਸ਼ਪਾਦਿਕ ਹਿਤ ਧਾਰੀ। ਰੋਜ਼ ਦੀ ਰੋਜ਼ ਵਿਸ਼ਨੂੰ ਭਗਵਾਨ ਦੇ ਚਰਨਾਂ 'ਚ ਚੰਦਨ ਹੈ, ਕਿਉੜਾ ਹੈ, ਕਸਤੂਰੀ ਵਾਲੀ ਇਹ ਕਸਤੂਰੀ ਇਹੋ ਜਿਹੀਆਂ ਖੁਸ਼ਬੂ ਵਾਲੀਆਂ ਬਖਸ਼ਾ ਵਸਤੂਆਂ ਛਿੜਕਣੀਆਂ, ਜਾਂ ਫਿਰ ਜਿਹੜੇ ਵੱਡੇ ਵੱਡੇ ਫੁੱਲਾਂ ਦੀਆਂ ਨਾ ਮਾਲਾ ਆਮ ਤੌਰ 'ਤੇ ਇਹ ਠਾਕਰਾਂ ਦੀ ਮੂਰਤੀਆਂ ਦੇ ਬੜੇ ਜਗਿਆਸੂ ਪਹਿਨਾਉਂਦੇ ਹਨ। ਜਿੱਥੇ ਵੀ ਚਲੋ ਇਹ ਆਪੋ ਆਪਣੇ ਮਨ ਦੀ ਸ਼ਰਧਾ ਭਾਵਨਾ ਹੈ। ਗੁਰਮੁਖ ਇਹ ਹਮੇਸ਼ਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਹੀ ਮੱਥਾ ਟੇਕਦਾ, ਸਤਿਗੁਰੂ ਜੀ ਦੀ ਪੂਜਾ ਕਰਦੇ ਹਾਂ ਆਪਾਂ ਸਾਰੇ ਰਲ ਮਿਲ ਕੇ। ਪਰ ਸਨਾਤਨ ਮਤ ਦੇ ਵਿੱਚ ਅਜੇ ਵੀ ਜ਼ਿਆਦਾ ਥੋੜ੍ਹਾ ਜਿਹਾ ਆਪਾਂ ਕਿਤੇ ਪੰਜਾਬ ਤੋਂ ਬਾਹਰ ਚਲੇ ਜਾਈਏ, ਉੱਥੇ ਤਾਂ ਫਿਰ ਇਹ ਸਤਿਗੁਰਾਂ ਦੇ ਜਿਹੜਾ ਪਾਵਨ ਸਥਾਨ ਟਾਵੇਂ ਟਾਵਿਆਂ ਦੇ ਦਰਸ਼ਨ ਹੁੰਦੇ ਹਨ। ਥਾਂ ਥਾਂ 'ਤੇ ਕਿਸੇ ਨੇ ਵਿਸ਼ਨੂੰ ਭਗਵਾਨ ਦਾ, ਕਿਸੇ ਨੇ ਸ਼ਿਵ ਜੀ ਭਗਵਾਨ ਦਾ, ਕਿਸੇ ਨੇ ਦੇ ਲਓ ਆ ਹਨੂੰਮਾਨ ਜੀ ਦੇ, ਕਿਸੇ ਨੇ ਵੱਡੇ ਵੱਡੇ ਮੰਦਰ ਬਣਾਏ ਹੁੰਦੇ ਨੇ ਨਾ ਉਹਨਾਂ ਦੇ। ਉੱਥੇ ਫਿਰ ਉਹ ਜਾ ਕੇ ਖੁਸ਼ਬੂਦਾਰ ਫੁੱਲਾਂ ਦੀਆਂ ਮਾਲਾ ਆਪਣੇ ਠਾਕਰ ਆਪਣੇ ਭਗਵਾਨ ਦੇ ਗਲ ਦੇ ਵਿੱਚ ਪਹਿਨਾਉਂਦੇ ਹਨ। ਨਾਰਦ ਮੁਨੀ ਜੀ ਕਹਿਣ ਲੱਗੇ ਵੀ ਦੇਖ, ਇਹ ਜਿਹੜੀ ਹੈਗੀ 16 ਪ੍ਰਕਾਰ ਦੀ ਪੂਜਾ ਜਦੋਂ ਤੂੰ ਕਰਨ ਲੱਗ ਜਾਏਗਾ, ਸਭ ਵਿਦ ਸੁਨੀ ਧਰੁਵ ਨਿਜ ਸ਼ਰੋਨਾ। ਇਹ ਜਿਹੜੇ ਪ੍ਰਵਚਨ ਨਾਰਦ ਮੁਨੀ ਜੀ ਨੇ ਧਰੁਵ ਭਗਤ ਨੇ ਐਨ ਬੜੇ ਧਿਆਨ ਦੇ ਨਾਲ ਕੰਨਾਂ ਦੁਆਰਾ ਸੁਣ ਲਏ ਹਨ। ਪੁੰਨ ਪਦ ਬੰਦ ਕੀਓ ਬਨ ਗਉਨਾ। ਬਚਨ ਸੁਣ ਕਰਕੇ ਇਹ ਨਹੀਂ ਕਬੀਰ ਸਤਿਗੁਰ ਪੂਰਾ ਕਿਆ ਕਰੇ, ਜੋ ਸਿੱਖਾ ਮੈਂ ਚੂਕ ਅੰਧੇ ਏਕ ਨਾ ਲਾਗਈ। ਜਿਉਂ ਬਾਂਸ ਬਜਾਈਆ ਫੂਕ ਬਾਂਸ ਵੇਦੀ, ਔਰ ਜਿਤਨੀ ਮਰਜ਼ੀ ਆ ਕੋਈ ਫੂਕਾ ਮਾਰੀ ਜਾਵੇ, ਹਵਾ ਨੇ ਅੰਦਰ ਟਿਕਣਾ ਥੋੜ੍ਹਾ ਹੈ। ਆ ਦੂਜੀ ਕਹਿੰਦੇ ਹੁੰਦੀ ਹੈ ਪੌਰ ਦੀ ਮਿਸਾਲ ਉਦਾਹਰਣ। ਜ਼ਿਮੀਂਦਾਰ ਪਹਿਲੇ ਸਮਿਆਂ ਦੇ ਵਿੱਚ ਆਪਣੀ ਆ ਜਿਹੜੀ ਫਸਲ ਦਾ ਬੀਜ ਇਹ ਹਲ ਦੇ ਪਿੱਛੇ ਬੰਨ੍ਹ ਕੇ ਉਸ ਪੌਰ ਦੁਆਰਾ ਬੀਜਿਆ ਕਰਦੇ ਸੀ। ਕਿਤਨੇ ਉਹਨੇ ਦਾਣੇ ਪੌਰ ਵੇਦੀ ਸਿੱਟੀ ਦਾ ਜਾਂਦਾ ਹੈ, ਮੁੱਠੀਆਂ ਪਰ ਕੇ ਟਿਕਦਾ ਇੱਕ ਵੀ ਨਹੀਂ। ਇਹੋ ਜਿਹੀ ਗੱਲ ਤਾਂ ਹੈ ਨਹੀਂ ਸੀ। ਜਦੋਂ ਨਾਰਦ ਮੁਨੀ ਜੀ ਨੇ ਬਚਨ ਕੀਤੇ ਨਾ ਇਹੋ ਜਿਹੇ, ਉਸੇ ਵਕਤ ਧਰੁਵ ਭਗਤ ਨੇ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰ ਲਿਆ। ਪਹੁੰਚਿਓ ਮਦ ਬਨ ਤਪਹਿ ਅਰੰਭਾ। ਉਸੇ ਵਕਤ 5 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਹੈ ਬੱਚਿਆਂ ਦੀ, ਮਧੂਬਨ ਦੇ ਵਿੱਚ ਜਾ ਕਰਕੇ ਬੜਾ ਇਹੋ ਜਿਹਾ ਕਠਨ ਤਪ ਕਰਨਾ ਆਰੰਭ ਕਰ ਦਿੱਤਾ ਹੈ। ਜਹ ਰਵ ਤਨੀਆ ਪਾਵਨ ਅੰਬਾ। ਹੁਣ ਜਿੱਥੇ ਮਧੂ ਬਾਂਦੇ ਵਿੱਚੋਂ ਦੀ ਜਮਨਾ ਦਾ ਜਿਹੜਾ ਸਿਆਮਲ ਰੰਗ ਦਾ ਜਲ 12 ਮਹੀਨੇ 30 ਦਿਨ ਉਹਦੇ ਵਿੱਚ ਨਾ ਸਦਾ ਦੇ ਲਈ ਵਗਦਾ ਹੀ ਰਹਿੰਦਾ ਹੈ। ਚੱਲ ਨਾਰਦ ਨਿਰਪਕੇ ਟਿਗ ਆਵਾ। ਹੁਣ ਉਧਰੋਂ ਨਾਰਦ ਮੁਨੀ ਜੀ ਧਰੁਵ ਭਗਤ ਨੂੰ ਦੇ ਕਰਕੇ ਨਾ ਉਪਦੇਸ਼ ਵਾਪਸ ਫਿਰ ਉਤਾਨਪਾਦ ਔਰ ਰਾਜੇ ਦੇ ਮਹਿਲਾਂ ਦੇ ਵਿੱਚ ਪਹੁੰਚ ਗਏ ਹਨ। ਸੁਤ ਵਿਯੋਗ ਜਿਹ ਮੁਖ ਮੁਰਝਾਵਾ। ਹੁਣ ਰਾਜੇ ਉਤਾਨਪਾਦ ਦੇ ਮਨ ਦੇ ਵਿੱਚ ਆਪਣੇ ਪੁੱਤਰ ਦਾ ਜਿਹੜਾ ਕੀਤਾ ਸੀ ਨਾ ਨਰਾਦਰ ਰਾਣੀ ਨੇ, ਉਹਦਾ ਬੜਾ ਦੁੱਖ ਬੜੀ ਪੀੜਾ ਭਰੀ ਹੋਈ ਹੈ। ਉਸ ਦੁੱਖ ਦੇ ਕਾਰਨ
ਵਿਚਾਰਾ ਬੜਾ ਉਦਾਸ ਹੋ ਗਿਆ। ਪਿਖ ਰਿਖ ਕੋ ਨ੍ਰਿਪ ਆਦਰ ਦੀਨਾ। ਉਹਨਾਂ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਹੁੰਦੇ ਸੀ ਬੜੇ ਧਰਮਾਤਮਾ। ਜਦੋਂ ਦੇਖ ਲਿਆ ਵੀ ਨਾਰਦ ਮੁਨੀ ਜੀ ਆ ਗਏ, ਮੇਰੇ ਮਹਿਲਾਂ 'ਚ ਚੱਲ ਕੇ ਆਪ ਉਤਾਨ ਪਾਦ ਰਾਜੇ ਨੇ ਉੱਠ ਕਰਕੇ ਨਾ ਸਿੰਘਾਸਣ ਤੋਂ ਰਿਸ਼ੀ ਦਾ ਬੜਾ ਮਾਣ ਸਤਿਕਾਰ ਕੀਤਾ। ਪੂਜ ਪਾਏ ਪਰ ਪਰਣਮ ਕੀਨਾ। ਪਹਿਲਾਂ ਤਾਂ ਰਾਜੇ ਉਤਾਨ ਪਾਦ ਨੇ ਉੱਠ ਕੇ ਨਾਰਦ ਮੁਨੀ ਜੀ ਦੇ ਚਰਨਾਂ ਦੀ ਕੀਤੀ ਪੂਜਾ। ਫਿਰ ਵਾਰ-ਵਾਰ ਚਰਨਾਂ ਤੇ ਮੱਥਾ ਵੀ ਟੇਕਣ ਲੱਗ ਪਿਆ। ਬੋਲਿਓ ਨਾਰਦ ਮੁਨੀ ਪਰਬੀਨਾ। ਕੌਣ? ਨਾਰਦ ਮੁਨੀ ਜੀ ਨੂੰ ਤਾਂ ਇਸ ਵਾਰਤਾ ਦੇ ਵਾਲੇ ਪਹਿਲਾਂ ਹੀ ਧਰੂਦੈ ਕੋਲੋਂ ਪਤਾ ਲੱਗ ਚੁੱਕੇ ਹੈ। ਉਸ ਸਮੇਂ ਆਪ ਹੀ ਰਾਜੇ ਉਤਾਨ ਪਾਦ ਨੂੰ ਪੁੱਛਣ ਲੱਗੇ ਹਨ, ਹੈ ਭੂਪਤ ਤਬ ਬਦਨ ਮਲੀਨਾ। ਐ ਰਾਜਨ, ਕੀ ਐਸਾ ਕੋਈ ਭਾਣਾ ਵਰਤ ਗਿਆ ਤੇਰੇ ਰਾਜ ਮਹਿਲਾਂ 'ਚ? ਆ ਚਿਹਰਾ, ਜਿਹੜਾ ਤੇਰਾ ਚਿਹਰਾ ਹੈ ਨਾ, ਬਹੁਤ ਹੀ ਮੈਨੂੰ ਉਦਾਸ ਨਜ਼ਰ ਆਉਣ ਲੱਗ ਪਿਆ। ਧਰਮ ਅਰਥ ਕੋ ਬਿਗੜਿਓ ਆਜੂ। ਅੱਜ ਇਉਂ ਦੱਸ ਵੀ ਕਿਹੜਾ ਤੇਰਾ ਕੋਈ ਇਹੋ ਜਿਹਾ ਧਰਮ ਹੈ, ਅਰਥ ਹੈ, ਕਾਮ ਦਾ ਕੋਈ ਬਹੁਤ ਵੱਡਾ ਕਾਜ ਤਾਂ ਨਹੀਂ ਕਿਤੇ ਵਿਗੜ ਗਿਆ? ਸੁਨਿਓ ਬਚਨ ਭਨੇ ਨਰ ਰਾਜੂ। ਹੁਣ ਸੁਣ ਕਰਕੇ ਉਤਾਨ ਪਾਦ ਨੇ ਸਾਰੀ ਜਿਹੜੀ ਗੱਲਬਾਤ ਰਿਸ਼ੀ ਦੇ ਪਾਸ ਸੱਚੀ ਕਹਿ ਦਿੱਤੀ ਹੈ। ਹੇ ਮੁਨ ਮੈਂ ਕਾਮੀ ਮਤਹੀਨਾ। ਕਹਿ ਲੱਗਿਆ, ਹੈ ਰਿਸ਼ੀ ਜੀ, ਮੇਰੀ ਜਿਹੜੀ ਮਤ ਇਹ ਪਾਪਾਂ ਦੇ ਨਾਲ ਬਿਲਕੁਲ ਮੈਲੀ ਹੋ ਚੁੱਕੀ ਹੈ। ਮੇਰੇ ਹਿਰਦੇ ਦੇ ਅੰਦਰ ਐਸੀਆਂ ਦੁਨਿਆਵੀ ਰੰਗ ਰਲੀਆਂ ਦੇ ਸੁੱਖਾਂ ਦੀਆਂ ਜਿਹੜੀਆਂ ਬੜੀਆਂ ਕਾਮਨਾਵਾਂ ਪ੍ਰਬਲ ਹੋ ਚੁੱਕੀਆਂ ਹਨ। ਲੰਪਟ ਸਦਾ ਰਹੋ ਤੀਏ ਦੀਨਾ। ਹੁਣ ਮੈਂ ਤਾਂ ਹਰ ਵਕਤ ਆਪਣੀ ਮਹਾਰਾਣੀ ਦੇ ਅਧੀਨ ਹੋ ਕੇ ਬਸ ਇਹੋ ਜਿਹੇ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਸਦਾ ਦੇ ਲਈ ਲੰਪਟ ਰਹਿੰਦਾ ਹਾਂ। ਬਾਲਕ ਪੰਚ ਬਰਖ ਕੋ ਜੋਊ। ਜਿਹੜਾ ਇੱਕ ਭਗਵਾਨ ਨੇ ਮੈਨੂੰ 5 ਸਾਲਾਂ ਦਾ ਬਾਲਕ ਬਖਸ਼ਿਆ। ਬਿਨ ਅਪਰਾਧ ਤਜਿਓ ਮੈਂ ਸੋਊ। ਬਿਨਾ ਅਪਰਾਧ ਬਿਨਾ ਗੁਨਾਹ ਤੋਂ ਆ ਮੇਰੀ ਮਹਾਰਾਣੀ ਨੇ ਉਸ ਵਿਚਾਰੇ ਦਾ ਬੜਾ ਨਿਰਾਦਰ, ਬੜਾ ਅਪਮਾਨ ਕਰਤਾ ਮੇਰੇ ਸਾਹਮਣੇ। ਅਬ ਉੱਠ ਗਇਓ ਕਰਨ ਤਪ ਬਨ ਮੈਂ। ਰਾਜੇ ਉਤਾਨ ਪਾਦ ਨੇ ਬੇਨਤੀ ਕੀਤੀ, ਪਤਾ ਨਹੀਂ ਕੀ ਗੱਲ ਹੋ ਗਈ, ਵਿਚਾਰਾ ਉਦਾਸ ਹੋ ਕੇ ਉਹ ਰੋਈਆਂ ਬੀਆਵਾਂ ਨੂੰ ਆਪਣਾ ਤਪ ਕਰਨ ਵਾਸਤੇ ਚਲਿਆ ਗਿਆ। ਛੁਦਾ ਹੋਏ ਸ਼ਰਮ ਸੀਤ ਉਸ਼ਨ ਮੈਂ। ਹੁਣ ਰੋਈਆਂ ਬੀਆਵਾਂ 'ਚ ਉੱਥੇ ਫਿਰ ਅਨਾਥ ਬੱਚੇ ਨੂੰ ਭੁੱਖ ਵੀ ਪਿਆਸ ਵੀ, ਗਰਮੀ ਔਰ ਸਰਦੀ ਇਹ ਆਪਣੇ ਸਿਰ ਦੇ ਉੱਪਰ ਝੱਲਣੀ ਪੈਗੀ। ਸੋ ਕਿਮ ਸਹਿ ਜੇ ਸੰਕਟ ਭਾਰੀ। ਹੁਣ ਇਹੋ ਜਿਹੇ ਵੱਡੇ ਵੱਡੇ ਸੰਕਟ, ਵੱਡੇ ਵੱਡੇ ਦੁੱਖਾਂ ਨੂੰ ਪਤਾ ਨਹੀਂ ਵਿਚਾਰਾ ਇਕੱਲੇ ਹੀ ਰੋਈਆਂ ਬਿਆਵਾਨਾਂ 'ਚ ਬਹਿ ਕਰਕੇ ਕਿਵੇਂ ਝੱਲਦਾ ਹੋਏਗਾ। ਖਾਏ ਜਾਏ ਕੋ ਬਿਨ ਰਖਵਾਰੀ। ਇਹ ਵੀ ਕੋਈ ਪਤਾ ਨਹੀਂ ਵੀ ਆ ਕਰਕੇ ਜੰਗਲੀ ਜਾਨਵਰ ਉਹਦੀ ਇੱਕ ਹੀ ਗਰਾਹੀ ਵੀ ਕਰ ਸਕਦੇ ਹਨ। ਕਰਨਾ ਬੈਨ ਸੁਨੇ ਮੁਨ ਰਾਈ। ਔਰ ਜਦੋਂ ਨਾਰਦ ਮੁਨੀ ਜੀ ਨੇ ਵੀ ਦੇਖ ਲਿਆ, ਇਹਦੇ ਮਨ ਦੇ ਵਿੱਚ ਵਿਚਾਰੇ ਦਾ ਬੜਾ ਦੁੱਖ ਹੈ ਨਾ, ਬੜੀ ਪੀੜਾ ਆਪਣੇ ਪੁੱਤਰ ਦੇ ਵਿਜੋਗ ਦੀ ਪੈਦਾ ਹੋ ਚੁੱਕੀ ਹੈ। ਉਸ ਸਮੇਂ ਨਾਰਦ ਮੁਨੀ ਜੀ ਕਹਿ ਲਗੇ, ਰਾਜਨ, ਉਹਨੇ ਤਾਂ ਆਪਣੇ ਨਾ ਹਿਰਦੇ ਦੇ ਵਿੱਚ ਬੜਾ ਹੱਠ ਧਾਰਨ ਕੀਤਾ ਹੋਇਆ, ਕੋਈ ਪਤਾ ਨਹੀਂ ਜੇ ਉਹ ਆਪਣੇ ਇਸ ਮਿਸ਼ਨ ਦੇ ਵਿੱਚ ਸਫਲ ਹੋ ਗਿਆ, ਜੇ ਤੇਰੇ ਖਿਲਾਫ ਕੋਈ ਐਸੇ ਵਰਦਾਨ ਪ੍ਰਾਪਤ ਕਰ ਲੈਣਾ
ਵਿਸ਼ਨੂੰ ਭਗਵਾਨ ਜੀ ਕੋਲੋਂ ਔਰ ਤੇਰਾ ਰਾਜ ਭਾਗ ਵੀ ਗਰਕ ਹੋ ਸਕਦਾ ਹੈ। ਸੁਣ ਕਰ ਗਿਆ ਬੜਾ ਡਰਿਆ। ਰਾਜਾ ਉਤਾਨ ਪਾਤ ਉਸ ਸਮੇਂ ਕਹਿਣ ਲੱਗਿਆ, ਰਿਸ਼ੀ ਜੀ ਤੁਸੀਂ ਜਾ ਕਰਕੇ ਸਮਝਾ ਦਿਓ, ਜੇ ਉਹ ਮੇਰੀ ਗੱਲ ਮੰਨਦਾ ਹੈ ਵੀ ਅੱਧੇ ਕੁ ਰਾਜ ਭਾਗ ਦਾ ਹੱਕ ਬਣਦਾ ਹੈ, ਵਾਪਸ ਆ ਜੇ ਰੋਈਆਂ ਬੀਆਬਾਨਾਂ ਚੋਂ ਮੈਂ ਹੁਣ ਉਹਨੂੰ ਅੱਧੇ ਰਾਜ ਭਾਗ ਦਾ ਜਿਹੜਾ ਮਾਲਕ ਬਣਾ ਦਿਉ। ਉਸ ਸਮੇਂ ਨਾਰਦ ਮੁਨੀ ਜੀ ਨੇ ਜਦੋਂ ਇਹੋ ਜਿਹੇ ਬਚਨ ਆਪਣੇ ਵੱਲੋਂ ਰਾਜੇ ਉਤਾਨ ਪਾਦ ਦੇ ਨਾਲ ਕੀਤੇ ਸਨ। ਹੇਤ ਪ੍ਰਬੋਧਨ ਗਿਰਾ ਅਲਾਈ। ਕੌਣ? ਨਾਰਦ ਮੁਨੀ ਜੀ ਉਤਾਨ ਪਾਦ ਰਾਜੇ ਨੂੰ ਸਮਝਾਉਣ ਦੇ ਲਈ ਬੜੇ ਬਚਨ ਕਰਨ ਲੱਗ ਪਏ ਹਨ। ਸੁਤ ਕੇ ਹੇਤ ਨਾ ਸੋਚ ਰਜਾਨਾ। ਐ ਰਾਜਨ, ਤੇਰੇ ਮਨ ਦੇ ਵਿੱਚ ਸਹਿਜਾਦੇ ਦੀ ਇਤਨੀ ਚਿੰਤਾ ਇਤਨਾ ਫਿਕਰ ਕਾਹਦੇ ਵਾਸਤੇ ਪੈਦਾ ਹੋ ਗਿਆ ਹੈ? ਈਸ਼ਵਰ ਬਸਹਿ ਸਰਬੇ ਸਥਾਨਾ। ਜਿਹੜਾ ਵਾਹਿਗੁਰੂ ਨਿਰਗੁਣ ਪਰਮਾਤਮਾ ਈਸ਼ਰ, ਉਹ ਤਾਂ ਫਿਰ ਜ਼ਰੇ ਜ਼ਰੇ ਦੇ ਵਿੱਚ ਸਦਾ ਦੇ ਲਈ ਨਾ ਵਿਆਪਕ ਹੋ ਰਹੇ ਹੈ। ਬਨ ਮੈਂ ਸ਼ਿਸ਼ ਕਰ ਹੈ ਤਪ ਭਾਰੀ। ਕੌਣ? ਜਿਸ ਤੇਰੇ 5 ਸਾਲ ਦੇ ਸਹਿਜਾਦੇ ਨੇ ਰੋਈਆਂ ਬੀਆਬਾਨਾਂ ਦੇ ਵਿੱਚ ਹੋ ਜਿਆ ਤਪ ਕਰਨ ਦੇ ਲਈ ਮਨ ਦੇ ਵਿੱਚ ਉਹਨੇ ਹੱਠ ਧਾਰਨਾ ਕੀਤਾ ਹੋਇਆ ਹੈ। ਲੋਕਪਾਲ ਤੇ ਊਚ ਅਧਿਕਾਰੀ। ਜੇਕਰ ਆਪਣੇ ਮਿਸ਼ਨ ਦੇ ਵਿੱਚ ਉਹਨੇ ਸਫਲਤਾ ਪ੍ਰਾਪਤ ਕਰ ਲਈ, ਕੋਈ ਪਤਾ ਨਹੀਂ ਲੋਕਪਾਲ ਤੋਂ ਵੀ ਉਹਨੇ ਬਹੁਤ ਵੱਡੀ ਜਿਹੜੀ ਉੱਚੀ ਪਦਵੀ ਪ੍ਰਾਪਤ ਕਰ ਲੈਣੀ ਹੈ। ਥੋਰਨ ਦਿਵਸ ਆਏ ਤਬ ਪਾਸਾ। ਉਸ ਟਾਈਮ ਤੇ ਹੁਣ ਜਦੋਂ ਇਹੋ ਜਿਹੀ ਗੱਲਬਾਤ ਕੀਤੀ, ਰਾਜੇ ਉਤਾਨਪਾਦ ਨੇ ਆਪਣੇ ਵੱਲੋਂ ਨਾਰਦ ਜੀ ਚੱਲ ਕਰਕੇ ਪਹੁੰਚ ਗਏ ਧਰੂ ਭਗਤ ਦੇ ਪਾਸ, ਜਿੱਥੇ ਉਹ ਆਪਣੀ ਤਪੱਸਿਆ ਦੇ ਵਿੱਚ ਪ੍ਰਵਿਰਤ ਹੋ ਚੁੱਕਿਆ ਸੀ। ਕਹਿਣ ਲੱਗੇ ਵੀ ਦੇਖ, ਤੇਰਾ ਪਿਤਾ ਹੁਣੇ ਹੀ ਤੇਰਾ ਜਿਹੜਾ ਅੱਧੇ ਰਾਜ ਭਾਗ ਦਾ ਹੱਕ ਬਣਦਾ ਹੈ, ਉਹ ਤੇ ਦੇਣ ਵਾਸਤੇ ਤਿਆਰ ਹੈ। ਸੁਣ ਕਰਕੇ ਧਰੂ ਭਗਤ ਜੀ ਮਨ ਦੇ ਵਿੱਚ ਬੜਾ ਹੈਰਾਨ ਹੋ ਗਏ ਵੀ ਅਜੇ ਤਾਂ ਮੈਂ ਇੱਕੋ ਹੀ ਕਦਮ ਪ੍ਰੇਮਾ ਭਗਤੀ ਦੇ ਵੱਲ ਪੁੱਟਿਆ ਨਾ, ਜੇਕਰ ਤਪੱਸਿਆ ਕਰ ਲਈ ਫਿਰ ਪਤਾ ਨਹੀਂ ਮੈਨੂੰ ਕਿਹੜੀ ਇਹੋ ਜੀ ਅਟਲ ਪਦਵੀ ਪ੍ਰਾਪਤ ਹੋ ਜਾਣੀ ਹੈ। ਪਰ ਸਾਂਝੀ ਮਹਾਰਾਜ ਬਚਨ ਸੁਣਾਇਆ ਕਰਦੇ ਸੀ। ਹੌਲੀ ਹੌਲੀ ਪਹਿਲਾਂ ਤਾਂ ਧਰੂ ਭਗਤ ਨੇ ਵੈਸੇ ਰਾਜ ਭਾਗ ਦੀ ਮਨ ਦੇ ਵਿੱਚ ਇੱਛਾ ਧਾਰਨ ਕਰਦੇ ਹੋਇਆ ਰੋਈਆਂ ਬੀਆਬਾਨਾਂ 'ਚ ਕੀਤੀ ਬੜੀ ਤਪੱਸਿਆ, ਪਰ ਸਮਾਂ ਪਾ ਕੇ ਉਹਨੇ ਸੋਚਿਆ ਵੀ ਕਿਉਂ ਨਾ ਹੋਵੇ ਆਪਾਂ ਇਹੋ ਜਿਹਾ ਅਵਿਨਾਸ਼ੀ ਰਾਜ ਪਰਮਾਤਮਾ ਦੇ ਕੋਲੋਂ ਮੰਗਣਾ ਹੈ। ਉਹ ਜਿਹੜੀ ਦੁਨਿਆਵੀ ਰਾਜ ਭਾਗ ਦੀ ਇੱਛਾ ਇੱਕ ਅਵਿਨਾਸ਼ੀ ਪਦ ਦੇ ਵਿੱਚ ਬਦਲ ਗਈ ਹੈ। ਜਗ ਮੈਂ ਕਰ ਹੈ ਸੋ ਜਸ ਪ੍ਰਕਾਸ਼ਾ। ਉਸ ਟਾਈਮ ਤੇ ਨਾਰਦ ਮੁਨੀ ਜੀ ਕਹਿ ਲਗੇ ਵੀ ਜੈ ਕਰੋ ਦੀ ਕੀਤੀ ਹੋਏ ਕਾਲਣਾ ਕਿਤੇ ਪ੍ਰਵਾਨ ਹੋ ਗਈ, ਔਰ ਤੇਰਾ ਨਾਮ ਵੀ ਉਹਨੇ ਦੁਨੀਆ ਦੇ ਵਿੱਚ ਚਾਰੇ ਪਾਸੇ ਨਾ ਰੋਸ਼ਨ ਕਰ ਦੇਣਾ। ਆਸ ਪ੍ਰਕਾਰ ਕਹਿ ਮੁਨੀ ਪਿਆਨਾ। ਇਹ ਪਹਿਲਾਂ ਤਾਂ ਜਾ ਕਰਕੇ ਨਾਰਦ ਮੁਨੀ ਜੀ ਨੇ ਬੜੇ ਐਸੇ ਜਿਹੜੇ ਪ੍ਰਵਚਨ ਰਾਜੇ ਉਤਾਨ ਪਾਦ ਦੇ ਨਾਲ ਕੀਤੇ ਸਨ। ਤਜਿਓ ਰਾਜ ਨਿਜ ਸੋਚ ਰਜਾਨਾ। ਉਸ ਬਾਤ ਉਤਾਨ ਪਾਦ ਦੇ ਮਨ ਦੇ ਵਿੱਚੋਂ ਵੀ ਜਿਹੜੀ ਚਿੰਤਾ ਔਰ ਜਿਹੜਾ ਫਿਕਰ ਦੂਰ ਹੋ ਗਿਆ। ਧਰੁਵ ਤਹਿ ਕਰਨ ਲੱਗਿਓ ਤਪ ਭਾਰੀ।
ਉਧਰੋਂ 5 ਸਾਲ ਦੇ ਤ੍ਰੂ ਭਗਤ ਜੀ ਨਾ ਇਹੋ ਜੀ ਬੜੀ ਕੌਰ ਤਪੱਸਿਆ ਕਰਨ ਲੱਗ ਪਏ। ਤੀਸਰ ਦਿਨ ਮਧੂਬਨ ਵਿੱਚ ਜਾ ਕਰ ਕੇ ਤੀਸਰ ਦਿਨ ਫਲ ਖਾਏ ਆਹਾਰੀ। ਕਿਤਨਾ ਵੱਡਾ ਅਟ ਧਾਰਨ ਕੀਤਾ ਸੀ ਮਨ ਦੇ ਵਿੱਚ। ਤੀਜੇ ਦਿਨ ਥੋੜੇ ਬਹੁਤੇ ਆਪਣੇ ਫਲ ਵਗੈਰਾ ਖਾ ਕਰਕੇ ਗੁਜ਼ਾਰਾ ਕਰਨ ਲੱਗ ਪਏ ਹਨ। ਪੂਜਤ ਜਉ ਇੱਕ ਮਾਸ ਬਿਤਾਇਓ। ਕਿਉਂ? ਪਰ ਵਿਸ਼ਨੂੰ ਭਗਵਾਨ ਦੀ ਪੂਜਾ ਔਰ ਤਪੱਸਿਆ ਕਰਦਿਆਂ ਕਰਦਿਆਂ ਜਦੋਂ ਇੱਕ ਮਹੀਨਾ ਜੇ ਗੁਰੂ ਭਗਤ ਨੇ ਬਤੀਤ ਕੀਤਾ ਹੈ, ਦੂਸਰ ਮਾਸ ਤ੍ਰਿਣਨ ਕੋ ਖਾਇਓ। ਜਦੋਂ ਆ ਗਿਆ ਦੂਸਰਾ ਮਹੀਨਾ, ਫਿਰ ਇਹਨੇ ਉਹ ਜਿਹੜੇ ਫਲ ਖਾਣੇ ਤਾਂ ਕਰਤੇ ਬੰਦਾ ਜਿਹੜੇ ਹੁੰਦੇ ਨੇ ਸੁੱਕੇ ਘਾਹ ਦੇ ਤਿਣਕੇ, ਉਹਨਾਂ ਦੀ ਹੀ ਆਪਣੀ ਖੁਰਾਕ ਬਣਾ ਲਈ। ਸੂਕੇ ਪਰਨ ਤੀਸਰੇ ਮਾਸਾ। ਤੀਸਰੇ ਮਹੀਨੇ ਦੇ ਵਿੱਚ ਦਰਖਤਾਂ ਦੇ ਜਿਹੜੇ ਸੁੱਕੇ ਹੋਏ ਪੱਤੇ ਧਰਤੀ ਦੇ ਉੱਪਰ ਖਿਲਰੇ ਹੁੰਦੇ ਨੇ ਨਾ, ਉਹ ਸੁੱਕੇ ਪੱਤੇ ਖਾ ਕਰਕੇ ਆਪਣਾ ਨਿਰਵਾਹ ਕਰਨ ਲੱਗ ਪਿਆ ਸੀ। ਖਾਏ ਰਹਿ ਸਿਮਰੈ ਸੁਖ ਰਾਸਾ। ਆ ਘਾਹ ਦੇ ਤਣਕੇ ਹੋਏ ਜਾਂ ਫਿਰ ਸੁੱਕੇ ਹੋਏ ਪੱਤੇ ਖਾ ਖੂ ਕੇ ਉਹਦੇ ਨਾਲ ਹੀ ਆਪਣੀ ਜਿਹੜੀ ਭੁੱਖ ਹੈ ਦੌਰ ਕਰ ਲੈਂਦੇ ਸਨ। ਨਵ ਮੈਂ ਦਿਵਸ ਪਾਏ ਮੁਖ ਸੋਊ। ਉਹ ਵੀ ਜਿਹੜੇ ਸੁੱਕੇ ਹੋਏ ਦਰਖਤਾਂ ਦੇ ਪੱਤੇ 9ਵੇਂ ਦਿਨ ਥੋੜੇ ਜਿਹੇ ਆਪਣੇ ਮੂੰਹ ਦੇ ਵਿੱਚ ਗੁਰੂ ਭਗਤ ਜੀ ਪਾਇਆ ਕਰਦੀ ਸੀ। ਕਿਤਨਾ ਵੱਡਾ ਮਨ ਦੇ ਵਿੱਚ ਹਠ ਧਾਰਨ ਕੀਤਾ ਹੋਇਆ। ਨੀਰ ਪਰਨ ਸੂਕੇ ਹੈ ਜੋ। ਕੌਣ? ਇਹੋ ਜਿਹੇ ਜਿਹੜੇ ਬਿਲਕੁਲ ਜਿਨ੍ਹਾਂ ਪੱਤਿਆਂ ਦੇ ਵਿੱਚ ਕੋਈ ਪਾਣੀ ਵੀ ਨਹੀਂ ਸੀ, ਸੁੱਕੇ ਖੜਕਦੇ ਹੋਏ, ਉਹ ਵੀ ਥੋੜੇ ਬਹੁਤੇ 9ਵੇਂ ਦਿਨ ਕਿਤੇ ਆਪਣੇ ਮੂੰਹ ਦੇ ਵਿੱਚ ਪਾਉਂਦੇ ਸਨ। ਚੌਥੋ ਮਾਸ ਬਾਹਰ ਜਬ ਆਇਓ। ਪਰ ਜਦੋਂ ਤਪੱਸਿਆ ਕਰਦਿਆਂ ਚੌਥਾ ਮਹੀਨਾ ਚੜ੍ਹ ਚੁੱਕਿਆ, ਦਵਾਦਸ਼ ਦਿਵਸਨ ਮੈਂ ਤਬ ਖਾਇਓ। ਫਿਰ 12 ਦਿਨਾਂ ਤੋਂ ਬਾਅਦ ਥੋੜੇ ਜਿਹੇ ਗੁਰੂ ਭਗਤ ਜੀ ਉਹੀ ਬਸ ਸੁੱਕੇ ਪੱਤੇ ਖਾ ਖੂ ਕੇ ਆਪਣਾ ਗੁਜ਼ਾਰਾ ਕਰਦੇ ਸਨ। ਮਾਸ ਪਾਂਚਵੇਂ ਪੌਨ ਆਹਾਰੀ। ਜਦੋਂ ਆ ਗਿਆ ਫਿਰ 5ਵੇਂ ਮਹੀਨੇ ਦਾ ਸਮਾਂ, ਫਿਰ ਤਾਂ ਬਿਲਕੁਲ ਤਰੋ ਭਗਤ ਪੌਣਹਾਰੀ ਬਣ ਗਏ। ਬਿਨਾ ਭੋਜਨ ਤੇ ਨਾ ਜਾਲੇ ਦੋਵੇਂ ਖਾਣੇ ਔਰ ਪੀਣੇ ਬੰਦ ਕਰ ਦਿੱਤੇ। 5ਵੇਂ ਮਹੀਨੇ ਦੇ ਵਿੱਚ ਬਿਲਕੁਲ ਪੌਣ ਆਰੀ ਰਹਿ ਕਰਕੇ ਆਪਣਾ ਸਮਾਂ ਬਤੀਤ ਕਰਨ ਲੱਗ ਪਏ ਹਨ। ਹੁਣ ਜਿਸ ਪ੍ਰਕਾਰ ਭਗਵਾਨ ਨੇ ਇਹਦੀ ਤਪੱਸਿਆ ਤੇ ਬੜਾ ਪ੍ਰਸੰਨ ਹੋਣਾ, ਉਸ ਪ੍ਰਸੰਨ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗੇ ਗੁਰ ਸਿੱਖ ਤਾਈ ਨੇ ਹਾਲ ਕਰ ਰਹੇ ਨੇ। ਮਾਸ ਪਾਂਚਵੇਂ ਪੌਨ ਆਹਾਰੀ। ਜੀਤ ਸਵਾਸ ਲੀਨੇ ਇੱਕ ਵਾਰੀ। ਮਾਸ ਪਾਂਚਵੇਂ ਪੌਨ ਆਹਾਰੀ। ਜੀਤ ਸਵਾਸ ਲੀਨੇ ਇੱਕ ਵਾਰੀ। ਏ ਜੋਤ ਏ ਪਾਰ ਬ੍ਰਹਮ ਅਵਿਨਾਸੀ ਅਗਨਾਸ।